ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਆਪ ਜੀ ਗੁਰਮਤਿ ਰਹਿਤ ਮਰਿਆਦਾ ਸੰਖੇਪ ਰੂਪ ਦੇ ਵਿੱਚ, ਜੋ ਕਿ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸਮੇਂ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ, ਆਪ ਜੀ ਸ਼੍ਰਵਣ ਕਰ ਰਹੇ ਹੋ। ਪਿਛਲੇ ਭਾਗ ਦੇ ਵਿੱਚ ਆਪ ਜੀ ਨੇ ਖਾਲਸੇ ਦੇ 5 ਤਖਤ, 4 ਧਾਮ, ਖਾਲਸੇ ਦੇ 4 ਰੰਗ, ਕਿਹਨਾਂ ਪੰਜਾਂ ਦਾ ਖਾਲਸੇ ਨੇ ਵਿਸਾਹ ਨਹੀਂ ਕਰਨਾ ਤੇ ਕਿਹਨਾਂ ਪੰਜਾਂ ਨਾਲ ਮੇਲ ਨਹੀਂ ਕਰਨਾ ਆਦਿ ਸ਼੍ਰਵਣ ਕੀਤਾ ਸੀ। ਅੱਜ ਦੇ ਭਾਗ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਦਾ ਅਦਬ ਸ਼੍ਰਵਣ ਕਰਾ ਰਹੇ ਹਾਂ ਕਿ ਕਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਅਦਬ ਕਰਨਾ ਹੈ, ਕਿਵੇਂ ਸਤਿਕਾਰ ਕਰਨਾ ਹੈ। ਆਓ ਸ਼੍ਰਵਣ ਕਰੀਏ। ਗੁਰਬਾਣੀ ਦਾ ਅਦਬ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨਹੁ ਸੋ ਸਿੱਖ ਨਹੀਂ ਹਮਾਰਾ। ਗੁਰਪ੍ਰਤਾਪ ਸੂਰਜ ਗ੍ਰੰਥ। ਸ਼੍ਰੀ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਜੀ ਨੇ ਇੱਕ ਲਗ ਮਾਤਰ ਦੇ ਗਲਤ ਉਚਾਰਨ ਤੋਂ ਸਿੰਘ ਨੂੰ ਤਾੜਨਾ ਕਰਵਾਈ ਤੇ ਕਿਹਾ, ਸਿੰਘਾ ਤੂੰ ਸਾਡੇ ਅੰਗ ਤੋੜ ਰਿਹਾ ਹੈ। ਤਾਂ ਹੀ ਗੁਰੂ ਮਹਾਰਾਜ ਜੀ ਨੇ ਸਾਰੀ ਬਾਣੀ ਦੇ ਅਰਥ ਪੜ੍ਹਾਏ। ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੈ ਸੁਧ ਗੁਰ ਕੇਰੀ। ਪੜ੍ਹੇ ਮਹਾਤਮ ਲਹੇ ਵਿਸਾਲ, ਹਲਤ ਪਲਤ ਮੇ ਹੋਏ ਨਿਹਾਲ। ਗੁਰਪ੍ਰਤਾਪ ਸੂਰਜ ਗ੍ਰੰਥ। 10 ਹੀ ਸਰੂਪਾਂ ਵਿੱਚ ਸਤਿਗੁਰਾਂ ਨੇ ਗੁਰਬਾਣੀ ਦਾ ਬਹੁਤ ਅਦਬ ਸਤਿਕਾਰ ਰੱਖਿਆ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਦਾ ਸਤਿਕਾਰ ਕੀਤਾ, ਤਿਵੇਂ ਸਾਨੂੰ ਵੀ ਕਰਨਾ ਚਾਹੀਦਾ ਹੈ। ਗੁਰਬਾਣੀ ਦੇ ਸਤਿਕਾਰ ਤੇ ਅਦਬ ਲਈ ਕੁਝ ਹੇਠਾਂ ਲਿਖੇ ਨਿਯਮ ਜ਼ਰੂਰੀ ਹਨ। ਇਸ਼ਨਾਨ ਕਰੇ ਤੋਂ ਬਿਨਾਂ, ਜੋੜੇ ਵਾਲੇ ਪੈਰ ਧੋਤਿਆਂ ਤੋਂ ਬਿਨਾਂ ਅਤੇ ਜੁਰਾਬਾਂ ਤੇ ਦਸਤਾਨੇ ਪਹਿਨ ਕੇ ਕਦੇ ਵੀ ਸਤਿਗੁਰੂ ਜੀ ਦੀ ਤਾਬਿਆਂ ਨਹੀਂ ਬੈਠਣਾ ਚਾਹੀਦਾ। ਸਰੀਰ ਦੀ ਅਪਵਿੱਤਰਤਾ ਭਾਵ ਸੁਪਨ ਦੋਸ਼ ਅਤੇ ਗ੍ਰਸਤ ਕਰਨ ਤੋਂ ਉਪਰੰਤ ਸਣੇ ਕੇਸ਼ੀ ਇਸ਼ਨਾਨ ਕਰਕੇ, ਸਾਰੇ ਵਸਤਰ ਧੋ ਕੇ ਤੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਤੇ ਅਰਦਾਸ ਕਰਕੇ ਸਤਿਗੁਰੂ ਜੀ ਦੀ ਤਾਬਿਆਂ ਜਾਣਾ ਚਾਹੀਦਾ ਹੈ। ਨੋਟ: ਕਈ ਅਣਜਾਣ ਪੁਣੇ ਵਿੱਚ ਕੁਸੰਗਤ ਦੇ ਪ੍ਰਭਾਵ ਕਰਕੇ ਹੱਥ ਰੱਸੀ ਕਰ ਲੈਂਦੇ ਹਨ। ਇੱਕ ਤਾਂ ਨਾ ਹਟਣ ਵਾਲੀ ਧਾਤ ਦੀ ਬਿਮਾਰੀ ਲੱਗਦੀ ਹੈ, ਦੂਸਰਾ ਹੱਥ ਰੱਸੀ ਕਰਨ ਵਾਲਾ ਤਨਖਾਹੀਆ ਹੁੰਦਾ ਹੈ। ਇਸ ਲਈ ਕਦੇ ਵੀ ਹੱਥ ਰੱਸੀ ਨਹੀਂ ਕਰਨੀ। ਮੂੰਹ, ਪੈਰ, ਕਛਹਿਰੇ ਆਦਿ ਨੂੰ ਹੱਥ ਲਾ ਕੇ ਅਥਵਾ ਗਿੱਲੇ ਮੈਲੇ ਗੰਦੇ ਹੱਥ ਮਹਾਰਾਜ ਜੀ ਦੇ ਸਰੂਪ, ਪੋਥੀ, ਗੁਟਕੇ ਆਦਿ ਨੂੰ ਨਹੀਂ ਲਾਉਣੇ। ਤਾਬਿਆਂ ਬੈਠੇ ਮਿਸ਼ਰੀ, ਇਲਾਇਚੀ ਆਦਿ ਨਹੀਂ ਖਾਣੀ, ਭਾਵ ਕੋਈ ਵੀ ਚੀਜ਼ ਮੂੰਹ ਵਿੱਚ ਨਹੀਂ ਪਾਉਣੀ। ਤਾਬਿਆਂ ਵਿੱਚ ਬੈਠਾ ਸਿੰਘ ਆਪਣੇ ਥੱਲੇ ਗੱਦੀ ਨਾ ਵਿਛਾਵੇ, ਮਹਾਰਾਜ ਜੀ ਦੀ ਮੰਜੀ ਸਾਹਿਬ ਥੱਲੇ ਪੈਰ ਨਾ ਕਰੇ, ਪਿਛਾਂਹ ਹਟ ਕੇ ਚੌਂਕੜੀ ਮਾਰ ਕੇ ਸਿੱਧਾ ਬੈਠੇ। ਮੰਜੀ ਸਾਹਿਬ ਤੇ ਕੂਹਣੀ ਆਦ ਨਾ ਰੱਖੇ, ਪਿਛਾਂਹ ਹਟ ਕੇ ਸਦਾ ਆਪਣੇ ਭਾਰ ਬੈਠਣਾ ਹੈ। 10 ਹੀ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਤੱਖ ਵਿਰਾਜ ਰਹੇ ਹਨ। ਇਉਂ ਭਾਵਨਾ ਕਰਕੇ ਗੁਰਬਾਣੀ ਦੀ ਆਗਿਆ ਮੰਨਣੀ ਹੈ। ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਗੁਰਬਾਣੀ ਤੇ ਭਾਵਨਾ ਕਰਨੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਕਦੇ ਪੈਰ ਨਹੀਂ ਕਰਨੇ। ਮਹਾਰਾਜ ਸਾਹਿਬ ਅਲਮਾਰੀ ਵਿੱਚ ਨਹੀਂ, ਸਗੋਂ ਸਾਫ ਸੁਥਰੇ ਹਵਾਦਾਰ ਕਮਰੇ ਵਿੱਚ ਪਲੰਘ ਤੇ ਬਿਰਾਜਮਾਨ ਕਰਨੇ ਚਾਹੀਦੇ ਹਨ। ਜਿਸ ਪਲੰਘ ਤੇ ਮਹਾਰਾਜ ਜੀ ਬਿਰਾਜਮਾਨ ਹੋਵਣ, ਉਸ ਦੀ ਵਿਛਾਈ ਮੌਸਮ ਅਨੁਸਾਰ ਹੋਣੀ ਜ਼ਰੂਰੀ ਹੈ। ਗਰਮੀਆਂ ਵਿੱਚ ਠੰਡੇ ਵਸਤਰ ਹੋਣ ਅਤੇ ਸਰਦੀਆਂ ਵਿੱਚ ਗਰਮ ਵਸਤਰ, ਕੰਬਲ, ਰਜਾਈ ਆਦਿ ਹੋਣੇ ਜ਼ਰੂਰੀ ਹਨ। ਜੇ ਪਾਲਕੀ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ, ਇੱਕ ਛੋਟਾ ਜਿਹਾ ਚੰਦੋਆ ਉਸ ਦੇ ਵਿੱਚ ਅਤੇ ਉੱਪਰ ਇੱਕ ਵੱਡਾ ਚੰਦੋਆ ਹੋਣਾ ਜ਼ਰੂਰੀ ਹੈ, ਕਿਉਂਕਿ ਸਤਿਗੁਰੂ ਜੀ ਚਵਰ ਛਤਰ ਤਖਤ ਦੇ ਮਾਲਕ ਹਨ। ਮੰਜੀ ਸਾਹਿਬ ਜਾਂ ਪਾਲਕੀ ਸਾਹਿਬ ਹੇਠਲੀ ਵਿਛਾਈ ਗ੍ਰੰਥੀ ਸਿੰਘ ਦੀ ਵਿਛਾਈ ਨਾਲੋਂ ਚੰਗੀ ਅਤੇ ਵੱਖਰੀ ਹੋਣੀ ਚਾਹੀਦੀ ਹੈ। ਮੰਜੀ ਸਾਹਿਬ ਚੰਗੀ ਤਰ੍ਹਾਂ ਸੋਹਣੀ ਬਣੀ ਹੋਣੀ ਚਾਹੀਦੀ ਹੈ। ਗਰਮੀਆਂ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਉੱਪਰ 2 ਪਤਲੇ ਰੁਮਾਲੇ ਦੇਣੇ ਚਾਹੀਦੇ ਹਨ। ਸਰਦੀਆਂ ਵਿੱਚ ਗਰਮ ਰੁਮਾਲੇ ਜਾਂ ਕੰਬਲ ਦੇਣੇ ਚਾਹੀਦੇ ਹਨ। ਜਦੋਂ ਵੀ ਸਤਿਗੁਰੂ ਜੀ ਦੀ ਸਵਾਰੀ ਆਵੇ ਜਾਂ ਗੁਰੂ ਕੀ ਸੰਗਤ ਧੁਰ ਕੀ ਬਾਣੀ ਦਾ ਕੀਰਤਨ ਕਰਦੀ ਆਵੇ,
ਤਾਂ ਪੈਰੋਂ ਜੋੜਾ ਪਿਛਲੇ ਪਾਸੇ ਉਤਾਰ ਕੇ ਦੋਵੇਂ ਹੱਥ ਜੋੜ ਕੇ ਉੱਠ ਕੇ ਸਤਿਕਾਰ ਕਰਨਾ ਹੈ ਤੇ ਮੱਥਾ ਟੇਕਣਾ ਹੈ। ਜਿਤਨੀ ਦੇਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਹੁੰਦੇ ਰਹਿਣ, ਉਤਨਾ ਚਿਰ ਹੱਥ ਜੋੜ ਕੇ ਖੜੇ ਰਹਿਣਾ ਚਾਹੀਦਾ ਹੈ। ਸਤਿਗੁਰੂ ਜੀ ਦੀ ਸਵਾਰੀ ਨਾਲ 5 ਸਿੰਘ ਨੰਗੇ ਚਰਨੀ ਜ਼ਰੂਰ ਹੋਵਣ। ਇੱਕ ਸਿੰਘ ਚਵਰ ਕਰੇ ਅਤੇ ਇੱਕ ਸਿੰਘ ਅੱਗੇ ਅੱਗੇ ਜਲ ਛਿੜਕਦਾ ਜਾਵੇ ਅਤੇ ਸੰਗਤ ਨੂੰ ਸਾਵਧਾਨ ਕਰਨ ਵਾਸਤੇ ਘੜਿਆਲ ਆਦਿ ਵਜਾਉਣੇ ਚਾਹੀਦੇ ਹਨ। ਪੋਥੀ ਜਾਂ ਗੁਟਕੇ ਤੋਂ ਪਾਠ ਕਰਦਿਆਂ ਧਰਤੀ 'ਤੇ ਕੱਪੜਾ ਵਿਛਾ ਕੇ ਉੱਪਰ ਬੈਠਣਾ ਚਾਹੀਦਾ ਹੈ। ਜੇ ਮੰਜਾ ਜਾਂ ਉੱਚਾ ਆਸਣ ਹੋਵੇ ਤਾਂ ਉੱਪਰ ਬੈਠ ਕੇ ਪਾਠ ਕਰੇ। ਦੂਸਰਿਆਂ ਦੇ ਮੰਜਿਆਂ 'ਤੇ ਬੈਠਿਆਂ ਤੋਂ ਉਹਨਾਂ ਦੇ ਪਿੱਛੇ ਜਾਂ ਨੀਵੇਂ ਥਾਂ ਜਾਂ ਥੱਲੇ ਬੈਠ ਕੇ ਜਾਂ ਪੈਂਦ ਵੱਲ ਬਹਿ ਕੇ ਕਦੇ ਵੀ ਪਾਠ ਨਹੀਂ ਕਰਨਾ। ਸਿਰਹਾਣੇ ਵੱਲ ਬੈਠ ਕੇ ਪਾਠ ਕਰਨਾ ਹੈ। ਵਿਦਿਆਰਥੀਆਂ ਨੂੰ ਸੰਥਿਆ ਕਰਾਉਣ ਵਾਲਾ ਸਿਰਹਾਣੇ ਜਾਂ ਉੱਚੀ ਥਾਂ 'ਤੇ ਨਾ ਬੈਠੇ। ਗੁਰਬਾਣੀ ਦੀਆਂ ਪੋਥੀਆਂ, ਗੁਟਕੇ, ਦਸਮ ਗ੍ਰੰਥ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਅਤੇ ਕਰਾਉਣਾ ਚਾਹੀਦਾ ਹੈ ਅਤੇ ਗੁਰਮਤਿ ਬਾਰੇ ਹੋਰ ਜਿੰਨੇ ਵੀ ਗ੍ਰੰਥ ਹੋਵਣ ਸਭ ਦਾ ਸਤਿਕਾਰ ਕਰਨਾ ਹੈ। ਆਮ ਪੁਸਤਕਾਂ ਗੁਰਬਾਣੀ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ। ਪੈਰੀਂ ਜੁੱਤੀ ਪਾ ਕੇ ਤੇ ਨੰਗੇ ਸਿਰ ਕਦੇ ਵੀ ਗੁਟਕਾ ਨਹੀਂ ਪੜ੍ਹਨਾ ਚਾਹੀਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਚੀਜ਼ ਦੀ ਨਿਸ਼ਾਨੀ ਨਹੀਂ ਰੱਖਣੀ। ਗੁਰਬਾਣੀ ਦੇ ਗੁਟਕੇ ਜਾਂ ਪੋਥੀਆਂ ਸੋਹਣੀ ਤੇ ਉੱਚੀ ਜਗ੍ਹਾ 'ਤੇ ਰੱਖਣੀਆਂ ਚਾਹੀਦੀਆਂ ਹਨ, ਜਿਸ ਪਾਸੇ ਵੱਲ ਪੈਰ ਜਾਂ ਪਿੱਠ ਨਾ ਹੋਵੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਤਸਵੀਰਾਂ ਵਾਲਾ ਰੁਮਾਲਾ ਨਹੀਂ ਸਜਾਉਣਾ ਚਾਹੀਦਾ। ਕੀਮਤੀ, ਸੁੰਦਰ, ਸਾਫ ਸੁਥਰੇ ਰੁਮਾਲੇ ਭੇਟਾ ਕਰਨੇ ਚਾਹੀਦੇ ਹਨ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮਿੱਟੀ ਦਾ ਤੇਲ ਪਾ ਕੇ ਚਾਨਣਾ ਨਹੀਂ ਕਰਨਾ ਚਾਹੀਦਾ। ਜਿਸ ਵੇਲੇ ਕੋਈ ਗੁਰਮੁਖ ਟੇਪ ਰਿਕਾਰਡ ਜਾਂ ਰੇਡੀਓ ਤੋਂ ਗੁਰਬਾਣੀ ਸੁਣ ਰਿਹਾ ਹੋਵੇ ਤਾਂ ਰੇਡੀਓ ਆਦਿ ਨੂੰ ਗੁਰਬਾਣੀ ਦੇ ਸਤਿਕਾਰ ਵਜੋਂ ਆਪਣੇ ਨਾਲੋਂ ਉੱਚੇ ਸਥਾਨ 'ਤੇ ਰੱਖਣਾ ਚਾਹੀਦਾ ਹੈ। ਜਿਨ੍ਹਾਂ ਅਖਬਾਰਾਂ, ਰਸਾਲਿਆਂ, ਕਿਤਾਬਾਂ ਆਦਿ 'ਤੇ ਸ਼ਬਦ ਲਿਖੇ ਹੋਣ, ਉਹਨਾਂ ਨੂੰ ਲਿਫਾਫਿਆਂ ਆਦਿ ਦੀ ਰੱਦੀ ਵਿੱਚ ਨਹੀਂ ਲਿਆਉਣਾ ਅਤੇ ਪੈਰਾਂ ਹੇਠ ਨਹੀਂ ਰੁਲਣ ਦੇਣਾ ਚਾਹੀਦਾ। ਨਾ ਸਾਂਭੇ ਜਾਣ ਦੀ ਸੂਰਤ ਵਿੱਚ ਅਗਨ ਭੇਟ ਕਰ ਦੇਣੇ ਚਾਹੀਦੇ ਹਨ। ਜੰਗਲ ਮੈਦਾਨ ਵਾਲੇ ਵਸਤਰ ਮਹਾਰਾਜ ਜੀ ਦੀ ਤਾਬਿਆਂ ਨਹੀਂ ਲਿਜਾਣੇ। ਜੰਗਲ ਮੈਦਾਨ ਆਦਿ ਉਪਰੰਤ ਘੱਟੋ ਘੱਟ 5 ਵਾਰ ਮਿੱਟੀ, ਸਵਾਹ ਜਾਂ ਰੇਤ ਨਾਲ ਹੱਥ ਮਾਂਜਣੇ ਜ਼ਰੂਰੀ ਹਨ ਅਤੇ ਬਰਤਨ ਭਾਂਡੇ ਵੀ ਸਵਾਹ ਜਾਂ ਮਿੱਟੀ ਨਾਲ ਮਾਂਜਣੇ ਚਾਹੀਦੇ ਹਨ ਅਤੇ ਸਰਫ ਨਾਲ ਸਾਫ਼ ਕਰਕੇ ਨਹੀਂ ਸਾਰਨਾ ਚਾਹੀਦਾ। ਦਾਤਣ ਹਰ ਰੋਜ਼ ਜ਼ਰੂਰੀ ਹੈ ਅਤੇ ਪਾੜ ਕੇ ਸੁੱਟਣੀ ਹੈ। ਪਿਸ਼ਾਬ ਕਰਕੇ ਜਲ ਨਾਲ ਹੱਥ ਸਾਫ਼ ਕਰਨੇ ਅਤਿਅੰਤ ਜ਼ਰੂਰੀ ਹਨ। ਸ਼ਸਤਰਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ। ਪੈਰਾਂ ਵੱਲ ਸ਼ਸਤਰ ਨਹੀਂ ਰੱਖਣੇ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸਾ ਤਾਹੇ ਨਖਾਲਸ ਜਾਣੈ। ਦਸਮ ਗ੍ਰੰਥ। ਕਿਸੇ ਪੀਰ ਫਕੀਰ ਦੀ ਕਬਰ ਅਤੇ ਮੜੀ ਜਾਂ ਗੁੱਗਾ, ਮਾਤਾ ਰਾਣੀ ਆਦਿਕ ਅੱਗੇ ਚੜ੍ਹਿਆ ਪ੍ਰਸ਼ਾਦ ਨਹੀਂ ਖਾਣਾ। ਜਹਾਂ ਤਹਾਂ ਕਾ ਖਾਏ ਪ੍ਰਸਾਦ, ਸੋ ਸਿੱਖ ਨਾਹੀ ਆਦਿ ਜੁਗਾਦ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ ਅਤੇ ਮੱਥਾ ਨਹੀਂ ਟੇਕਣਾ। ਜਠੇਰੇ ਆਦਿਕਾਂ ਨੂੰ ਨਹੀਂ ਮੰਨਣਾ। ਘਰਾਂ ਵਿੱਚ ਗੰਦੀਆਂ ਫੋਟੋਆਂ ਨਹੀਂ ਲਾਉਣੀਆਂ। ਸੂਰਬੀਰਾਂ, ਭਗਤਾਂ ਅਤੇ ਸਤਿਗੁਰਾਂ ਦੀਆਂ ਫੋਟੋਆਂ ਲਾਉਣੀਆਂ ਹਨ ਅਤੇ ਫੋਟੋਆਂ ਪੈਰਾਂ ਵੱਲ ਨਾ ਹੋਣ। ਗੁਰਦੁਆਰਿਆਂ ਜਾਂ ਘਰਾਂ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰਲੇ ਪਾਸੇ ਕੋਈ ਵੀ ਫੋਟੋ ਨਹੀਂ ਰੱਖਣੀ ਚਾਹੀਦੀ। ਅੰਮ੍ਰਿਤਧਾਰੀ ਸਿੰਘ ਵਾਸਤੇ ਜ਼ਰੂਰੀ ਹੈ ਕਿ ਅੰਮ੍ਰਿਤਧਾਰੀ ਸਿੰਘ ਜਾਂ ਬੀਬੀ ਦਾ ਪੂਰਾ ਨਾਂ ਲੈ ਕੇ ਬੁਲਾਉਣਾ ਚਾਹੀਦਾ ਹੈ। ਅੱਧਾ ਜਾਂ ਉਲਟਾ ਨਾਂ ਲੈਣ ਵਾਲਾ ਤਨਖਾਹੀਆ ਹੈ। ਆਨੰਦ ਕਾਰਜ ਵਾਲੇ ਕਾਰਡਾਂ 'ਤੇ ਵੀ ਬੀਬੀ ਤੇ ਸਿੰਘ ਦਾ ਪੂਰਾ ਨਾਂ ਲਿਖਣਾ ਚਾਹੀਦਾ ਹੈ। ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਅੰਮ੍ਰਿਤਧਾਰੀ ਸਿੰਘ ਜਾਂ ਬੀਬੀ ਜਦੋਂ ਆਪਸ ਵਿੱਚ ਮਿਲਣ, ਇੱਕ ਦੂਜੇ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ। ਚੌਂਕੇ ਵਿੱਚ ਜਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਵਾਲੀ ਥਾਂ 'ਤੇ
ਗੋਹੇ ਦਾ ਪੋਚਾ ਕਦੇ ਵੀ ਨਹੀਂ ਫੇਰਨਾ। ਅੰਮ੍ਰਿਤਧਾਰੀ ਬੀਬੀਆਂ ਨੇ ਤੀਆਂ ਨਹੀਂ ਜਾਣਾ ਤੇ ਗਿੱਧਾ ਆਦਿ ਨਹੀਂ ਪਾਉਣਾ। ਜਿਹੜੇ ਮਨੁੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਗੱਦੀ ਲਾ ਕੇ ਬੈਠਦੇ ਹਨ ਜਾਂ ਮੱਥਾ ਟਿਕਾਉਂਦੇ ਹਨ ਜਾਂ ਭੂਤਨੇ ਕੱਢਦੇ ਹਨ, ਖਾਲਸੇ ਨੇ ਇਹਨਾਂ ਮਨਮੁਖੀਆਂ ਤੋਂ ਸੁਚੇਤ ਰਹਿਣਾ ਹੈ। ਖਾਲਸਾ ਜੀ ਜਿਵੇਂ ਆਪਣੀ ਧਰਮ ਦੀ ਕਿਰਤ ਵਿੱਚੋਂ ਗੁਰੂ ਘਰ ਵਾਸਤੇ ਦਸਵੰਧ ਕੱਢਣਾ ਜ਼ਰੂਰੀ ਹੈ, ਇਸੇ ਤਰ੍ਹਾਂ ਖਾਲਸੇ ਨੇ ਸਮੇਂ ਵਿੱਚੋਂ ਵੀ ਦਸਵੰਧ ਕੱਢਣਾ ਹੈ। ਭਜਨ ਸਿਮਰਨ ਵਾਸਤੇ 24 ਘੰਟਿਆਂ ਵਿੱਚੋਂ 2.5 ਘੰਟੇ ਦਸਵੰਧ ਦੇ ਕੱਢਣੇ ਜ਼ਰੂਰੀ ਹਨ। 10 ਪਾਤਸ਼ਾਹੀਆਂ ਦੇ ਨਾਮ, 5 ਪਿਆਰਿਆਂ, 4 ਸਾਹਿਬਜ਼ਾਦਿਆਂ ਅਤੇ 5 ਤਖਤ ਸਾਹਿਬਾਨ ਦੇ ਨਾਮ ਜ਼ਬਾਨੀ ਯਾਦ ਕਰਨੇ ਚਾਹੀਦੇ ਹਨ। ਸੋ ਖਾਲਸਾ ਜੀ ਆਪ ਜੀ ਨੇ ਇੱਥੋਂ ਤੱਕ ਗੁਰਬਾਣੀ ਦਾ ਅਦਬ ਸ਼ਰਵਣ ਕੀਤਾ ਹੈ ਕਿ ਕਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਅਦਬ ਕਰਨਾ ਹੈ, ਕਿਵੇਂ ਸਤਿਕਾਰ ਕਰਨਾ ਹੈ ਆਦਿ ਬਾਰੇ ਸ਼ਰਵਣ ਕੀਤਾ ਹੈ। ਅਗਲੇ ਭਾਗ ਵਿੱਚ ਆਪ ਜੀ ਨੂੰ ਆਨੰਦ ਸੰਸਕਾਰ ਸ਼ਰਵਣ ਕਰਾਉਣ ਦਾ ਯਤਨ ਕਰਾਂਗੇ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।